ਦੂਸਰੇ ਗਰੁੱਪ ਵਿੱਚ ਇੱਕ ਵੀਡੀਓ ਰਿਕਾਰਡਿੰਗ ਪਾਈ ਗਈ ਹੈ, ਜਿਹਦੇ ਵਿੱਚ ਇੱਕ ਮੈਡੀਕਲ ਸਟੋਰ ਵਾਲਾ ਸਸਤੀਆਂ ਦਵਾਈਆਂ ਦੇਣ ਦਾ ਦਾਅਵਾ ਕਰ ਰਿਹਾ ਹੈ। ਜਿਹੜੇ ਧਿਆਨਪੂਰਵਕ ਸੁਣਦੇ ਹਨ, ਮੈਨੂੰ ਉਹਨਾਂ ਨੂੰ ਪਤਾ ਹੈ ਵੀ ਮੈਂ ਸੇਵਾਦਾਰਾਂ ਦੀ ਬਹੁਤੀ ਤਾਰੀਫ ਨਹੀਂ ਕਰਦਾ, ਖੁਸ਼ਾਮਦ ਨਹੀਂ ਕਰਦਾ। ਉਹਦਾ ਵੀ ਕਾਰਨ ਹੈ। ਸੇਵਾਦਾਰ ਤੇ ਜਿਹੜੇ ਸੁਣਦੇ ਹਨ ਨਾ, ਜ਼ਿਆਦਾਤਰ ਸਰੋਤੇ, ਉਹ ਬਹੁਤ ਸੇਵਾ ਕਰਨ ਵਾਲੇ ਹਨ। ਆ ਪਿੱਛੇ ਜਿਹੇ ਜਦੋਂ ਲਾਕਡਾਊਨ ਸੀ, ਸਭ ਕੁਛ ਬੰਦ ਸੀ, ਉਦੋਂ ਵੀ ਐਸੇ ਸੇਵਾਦਾਰ ਹਨ ਜਿਹੜੇ ਰਾਸ਼ਨ ਵੀ ਵੰਡਦੇ ਰਹੇ, ਸੰਗਤਾਂ ਨੂੰ ਭੋਜਨ ਵੀ ਵੰਡਦੇ ਰਹੇ, ਜ਼ਰੂਰੀ ਦਾ ਸਮਾਨ ਵੀ ਦਿੰਦੇ ਰਹੇ, ਬਹੁਤ ਸੇਵਾ ਕੀਤੀ ਹੈ, ਕਰ ਵੀ ਰਹੇ ਹਨ। ਪਰ ਉਹ ਵੀ ਮੇਰੇ ਕੋਲ ਵਡਿਆਈ ਨਹੀਂ ਚਾਹੁੰਦੇ ਹਨ। ਉਹਨਾਂ ਨੂੰ ਵੀ ਪਤਾ ਹੈ ਇਹੋ ਹੀ ਕਾਰਨ ਹੈ ਵੀ ਇਹਨਾਂ ਗਰੁੱਪਾਂ ਦੇ ਵਿੱਚ ਕੋਈ ਐਸੀ ਸੇਵਾ ਦੀ ਗੱਲ ਨਹੀਂ ਕਰਦਾ ਹੈ ਕੋਈ ਸੇਵਾਦਾਰ। ਹੁਣ ਸੇਵਾ ਦੀ ਵੀ ਮਸ਼ਹੂਰੀ ਕਰਨੀ ਪੈਂਦੀ ਹੈ ਵੀ ਅਸੀਂ ਸੇਵਾ ਕਰ ਰਹੇ ਹਾਂ, ਅਤੇ ਜਿਹੜਾ ਮਸ਼ਹੂਰੀ ਕਰ ਰਿਹਾ ਹੈ ਅਤੇ ਉਹ ਆਪਣੇ ਆਪ ਨੂੰ ਪ੍ਰਗਟ ਕਰਨ ਵਾਸਤੇ ਵੀ ਅਸੀਂ ਦੇਖੋ ਕੈਸੇ ਸੇਵਾਦਾਰ ਹੈ ਸਾਡੇ ਵਰਗਾ ਕੋਈ। ਫਿਰ ਐਸੇ ਸੇਵਾਦਾਰਾਂ ਦੀ ਅਗਰ ਤਾਰੀਫ ਹੁੰਦੀ ਰਹੇ, ਕਰਦੇ ਹੀ ਹਨ ਲੋਕ ਜਿਨ੍ਹਾਂ ਨੂੰ ਸਸਤੇ ਰੇਟਾਂ ਦੇ ਵਿੱਚ ਸਮਾਨ ਮਿਲ ਰਿਹਾ ਹੈ, ਦਵਾਈਆਂ ਮਿਲਦੀਆਂ ਹਨ, ਬਹੁਤ ਲੋਕ ਪ੍ਰਭਾਵਿਤ ਹੁੰਦੇ ਹਨ ਤਾਂ ਉਹਨਾਂ ਦੀ ਖੁਸ਼ਾਮਦ ਕਰਦੇ, ਤਾਰੀਫ ਕਰਦੇ, ਬੱਲੇ ਬੱਲੇ ਕਰਦੇ, ਉਹਨਾਂ ਨੂੰ ਹੋਰ ਮਜ਼ਾ ਆਉਂਦਾ ਤਾਂ ਹੋਰ ਵੱਧ ਚੜ੍ਹ ਕੇ ਕਰਦੇ ਹਨ। ਪਰ ਉਹਨਾਂ ਦਾ ਅਹੰਕਾਰ ਵੀ ਵੱਧਦਾ ਹੈ। ਸੇਵਾ ਕਰਨ ਵਾਲੇ ਅਸੀਂ ਬਹੁਤ ਦੇਖੇ ਹਨ, ਪਰ ਸੇਵਾ ਕਰਦੇ ਹੋਏ ਅਗਰ ਅਹੰਕਾਰ ਵੱਧ ਰਿਹਾ ਹੈ, ਅਤੇ ਅਹੰਕਾਰ ਵੱਧਦਾ ਹੀ ਹੈ ਜ਼ਿਆਦਾਤਰ, ਕਿਉਂਕਿ ਆਦਮੀ ਨੂੰ ਅਗਰ ਤਾਰੀਫ ਨਾ ਮਿਲੇ, ਸੇਵਾ ਕਰਦੇ ਹੋਏ ਲੋਕ ਸ਼ਾਬਾਸ਼ ਨਾ ਦੇਣ, ਖੁਸ਼ਾਮਦ ਨਾ ਕਰਨ, ਉਹਨਾਂ ਦੀ ਇੱਜ਼ਤ ਮਾਣ ਨਾ ਹੋਵੇ, ਤੁਸੀਂ ਸਮਝ ਲਓ ਵੀ ਵਿਰੋਧੀ ਹੋ ਜਾਣ ਜਿਹੜਾ ਸੇਵਾ ਕਰ ਰਿਹਾ ਹੈ। ਉਹਦੇ ਲੋਕ ਉਹਨਾਂ ਨੂੰ ਉਲਟਾ ਬੋਲਣਾ ਸ਼ੁਰੂ ਕਰ ਦੇਣ, ਉਹ ਸੇਵਾ ਕਰਨਗੇ? ਜ਼ਿਆਦਾਤਰ ਲੋਕ ਤਾਂ ਖੁਸ਼ਾਮਦ ਵਾਸਤੇ ਹੀ ਸੇਵਾ ਕਰਦੇ, ਅਤੇ ਜਿਹੜੀ ਸੇਵਾ ਦੀ ਖੁਸ਼ਾਮਦ ਮਿਲ ਜਾਵੇ, ਤਾਰੀਫ ਹੋ ਜਾਵੇ, ਤਾਂ ਸੇਵਾ ਨਾ ਰਹੇਗੀ। ਅਤੇ ਵਡਿਆਈ ਵਾਸਤੇ ਸੇਵਾ ਕਰਦੇ ਹਨ। ਕਈ ਕਹਿੰਦੇ ਵੀ ਹਨ ਵੀ ਅਸੀਂ ਇੰਨੀ ਸੇਵਾ ਦੇ ਕੰਮ ਕਰਦੇ ਰਹੇ, ਬੜੀ ਸੇਵਾ ਕੀਤੀ ਲੋਕਾਂ ਦੀ, ਲੋਕਾਂ ਨੇ ਸਾਡੀ ਕਦਰ ਨਹੀਂ ਪਾਈ, ਸਗੋਂ ਉਲਟਾ ਹੀ ਬੋਲਦੇ ਰਹੇ, ਤਾਂ ਅਸੀਂ ਫਿਰ ਛੱਡ ਹੀ ਦਿੱਤੀ। ਕਦਰ ਪਾਵੇ ਤੁਹਾਡੀ ਕੋਈ ਸੇਵਾ ਦੀ, ਕਦਰ ਦਾ ਕੀ ਭਾਵ ਕੀ? ਬੱਲੇ ਬੱਲੇ ਕਰੇ, ਸਰੋ ਪਾਓ ਪਾਵੇ, ਸ਼ਾਬਾਸ਼ ਦੇਵੇ, ਵਡਿਆਈ ਕਰੇ, ਵਡਿਆਈ ਦੀ ਚਰਚਾ ਹੋਏ ਤੁਹਾਡੀ, ਤਾਂ ਵਡਿਆਈ ਉਹ ਖੁਸ਼ਾਮਦ ਜਿਹੜੀ ਹੈ ਨਾ, ਉਹ ਅਹੰਕਾਰ ਵਧਾਉਂਦੀ ਹੈ। ਅਗਰ ਅਹੰਕਾਰ ਵੱਧ ਰਿਹਾ ਹੈ ਨਾ, ਤਾਂ ਉਹ ਆਦਮੀ ਨਰਕ ਵੱਲ ਨੂੰ ਜਾ ਰਿਹਾ ਹੈ। ਇਹੋ ਹੀ ਤਾਂ ਮੈਂ ਕਹਿੰਦਾ ਹਾਂ ਵੀ ਧਾਰਮਿਕ ਆਦਮੀ ਵੀ ਧਰਮ ਕਰਮ ਕਰਦੇ ਹੋਏ
ਪੁੱਠੇ ਪਾਸੇ ਜਾਂਦੇ ਹਨ ਜ਼ਿਆਦਾਤਰ, ਕਿਉਂਕਿ ਉਹਨਾਂ ਦਾ ਅਹੰਕਾਰ ਵੱਧ ਰਿਹਾ ਹੈ, ਕਈਆਂ ਦਾ ਮੋਹ ਵੱਧ ਰਿਹਾ ਹੈ। ਅਗਰ ਧਰਮ ਨਾਲ ਮੋਹ ਵੱਧ ਰਿਹਾ ਹੈ ਤਾਂ ਪੁੱਠੇ ਪਾਸੇ ਜਾ ਰਹੇ ਹਨ। ਕਿਸੇ ਦਾ ਲੋਭ ਵੱਧ ਰਿਹਾ ਹੈ। ਅਤੇ ਧਰਮ ਵੀ ਜਿਹੜਾ ਹੈ ਨਾ, ਇਹ ਬੰਧਨ ਬਣ ਜਾਂਦਾ ਹੈ। ਕਰਮ ਧਰਮ ਆਸਾ ਮਨਸਾ ਬੰਧਨੀ ਭਾਈ, ਕਰਮ ਧਰਮ ਬੰਧਕਾਰੀ। ਅਤੇ ਫਿਰ ਦੂਸਰੀ ਗੱਲ ਹੈ ਸਮਾਜ ਸੁਧਾਰ ਦੀ, ਜਿਵੇਂ ਇਹ ਕਹਿ ਰਹੇ ਹਨ। ਅਤੇ ਐਸਾ ਨਹੀਂ ਵੀ ਹੁਣ ਹੀ ਸਮਾਜ ਸੁਧਾਰ ਦੀ ਗੱਲ ਹੋ ਰਹੀ ਹੈ। ਸਦੀਆਂ ਤੋਂ ਹੀ ਮਨੁੱਖ ਸਮਾਜ ਦੇ ਸੁਧਾਰ ਵਾਸਤੇ ਕੰਮ ਕਰਦਾ ਰਿਹਾ ਹੈ। ਰਾਮ ਚੰਦਰ ਤੋਂ ਲੈ ਕੇ, ਰਾਮ ਚੰਦਰ ਨੇ ਵੀ ਸਮਾਜ ਦਾ ਸੁਧਾਰ ਬਹੁਤ ਕੀਤਾ ਸੀ, ਪਰ ਹੋ ਸਕਿਆ। ਅਤੇ ਸਮਾਜ ਦਾ ਸੁਧਾਰ, ਵੀ ਸਮਾਜ ਚੰਗਾ ਹੋਵੇ, ਸਮਾਜ ਦਾ ਸੁਧਾਰ ਕਰਨਾ ਧਾਰਮਿਕ ਲੋਕ ਵੀ ਕਰਦੇ ਰਹੇ ਹਨ, ਪਰ ਹੋ ਨਹੀਂ ਸਕਦਾ ਹੈ। ਸਮਾਜ ਸਾਰਾ ਨਹੀਂ ਸੁਧਰ ਸਕਦਾ। ਸਾਰੇ ਲੋਕ ਇਮਾਨਦਾਰ ਨਹੀਂ ਹੋ ਸਕਦੇ ਹਨ। ਇਸੇ ਕਰਕੇ ਹੀ ਅਧਿਆਤਮ ਪੁਰਸ਼ਾਂ ਨੂੰ ਸਮਾਜ ਛੱਡਣਾ ਪਿਆ ਹੈ ਮਜਬੂਰਨ। ਜਿਵੇਂ ਹੁਣ ਬਾਬਾ ਨਾਨਕ ਜੀ ਵੀ ਮੋਦੀਖਾਨੇ ਵਿੱਚ ਕੰਮ ਕਰਦੇ ਸਨ, ਨੌਕਰੀ ਕਰਦੇ ਸਨ। ਅਤੇ ਉਸ ਸਮੇਂ ਕੀ ਹੁੰਦਾ ਸੀ, ਅਨਾਜ ਬਹੁਤ ਘੱਟ ਹੁੰਦਾ ਸੀ, ਮਾਰੂ ਫਸਲਾਂ ਹੁੰਦੀਆਂ ਸਨ, ਅਤੇ ਸੀਮਤ ਅਨਾਜ ਹਰ ਇੱਕ ਨੂੰ ਮਿਲਦਾ ਸੀ ਪਰਿਵਾਰ ਦੇ ਹਿਸਾਬ ਨਾਲ। ਅਤੇ ਮੋਦੀਖਾਨੇ ਦੇ ਵਿੱਚ ਜਿਹੜੇ ਤੇ ਗਰੀਬ ਗੁਰਬੇ ਲੋਕ ਆਉਂਦੇ ਸਨ, ਉਹਨਾਂ ਨੂੰ ਤਾਂ ਪੂਰਾ ਨਹੀਂ ਸੀ ਮਿਲਦਾ। ਅਤੇ ਜਿਹੜੇ ਧਨੀ ਮਾਨੀ ਸਨ, ਅਜੋਕੇ ਸਮੇਂ 'ਚ ਵੀ ਹੁੰਦਾ ਹੈ ਨਾ, ਜਿਹੜੇ ਉਹਨਾਂ ਨੂੰ ਜਾਣਦੇ ਹਨ, ਅਹਿਲਕਾਰਾਂ ਨੂੰ, ਸਰਕਾਰੀ ਮੁਲਾਜ਼ਮ ਹਨ, ਉਹਨਾਂ ਦੇ ਰਿਸ਼ਤੇਦਾਰ ਹਨ, ਅਤੇ ਉਹ ਜ਼ਿਆਦਾ ਲੈ ਜਾਂਦੇ ਸਨ ਰਾਸ਼ਨ। ਤੋ ਰਿਸ਼ਵਤ ਵੀ ਦਿੰਦੇ ਸਨ ਵੀ ਦੁੱਗਣੇ ਪੈਸੇ ਲੈ ਲਓ ਸਾਡੇ ਕੋਲ, ਸਾਨੂੰ ਹੋਰ ਦੇ ਦਿਓ ਰਾਸ਼ਨ। ਅਤੇ ਗਰੀਬਾਂ ਨੂੰ ਰਾਸ਼ਨ ਜਿਹੜਾ ਹੈ ਨਾ, ਉਹ ਪੂਰਾ ਨਹੀਂ ਸੀ ਮਿਲਦਾ। ਅਤੇ ਬਾਬਾ ਨਾਨਕ ਜੀ ਸਾਰਿਆਂ ਨੂੰ ਬਰਾਬਰ ਦੇਣਾ ਚਾਹੁੰਦੇ ਸਨ। ਬਲਕਿ ਇਸ ਢੰਗ ਨਾਲ ਵੀ ਹੁੰਦਾ ਸੀ ਕਈ ਵਾਰ ਵੀ ਕਿਸੇ ਕੋਲ ਪੈਸੇ ਘੱਟ ਹਨ, ਤਾਂ ਉਹਨੂੰ ਹੀ ਰਾਸ਼ਨ ਪੂਰਾ ਹੀ ਦੇ ਦਿੰਦੇ ਸਨ, ਪੈਸੇ ਘੱਟ ਲੈ ਕੇ, ਵੀ ਤੇਰਾ ਗੁਜ਼ਾਰਾ ਹੋ ਜਾਵੇ, ਤੂੰ ਗਰੀਬ ਹੈ। ਉਹਨਾਂ ਦੀਆਂ ਸ਼ਿਕਾਇਤਾਂ ਉੱਪਰ ਜਾਣ ਲੱਗ ਪਈਆਂ ਦਰਬਾਰ 'ਚ। ਉਸ ਸਮੇਂ ਦੇ ਜਿਹੜੇ ਨਵਾਬ ਸਨ, ਉਹਨਾਂ ਕੋਲ ਜੋ ਜ਼ਿਆਦੀਆਂ ਸ਼ਿਕਾਇਤਾਂ ਗਈਆਂ, ਅਤੇ ਫਿਰ ਨਵਾਬ ਨੇ ਉਹਨਾਂ ਕੋਲ ਰਜਿਸਟਰ ਮੰਗਵਾਇਆ ਵੀ ਹਿਸਾਬ ਕਿਤਾਬ ਕਰਨਾ ਹੈ, ਜਾਓ ਲਿਆਓ। ਅਤੇ ਬਾਬੇ ਨਾਨਕ ਨੇ ਉਹ ਜੋ ਹਿਸਾਬ ਕਿਤਾਬ ਵਾਲਾ ਰਜਿਸਟਰ ਸੀ ਉਹ ਭੇਜ ਦਿੱਤਾ, ਅਤੇ ਆਪ ਅਸਤੀਫਾ ਦੇ ਕੇ ਅਤੇ ਵਾਪਸ ਆ ਗਏ। ਜਦੋਂ ਹਿਸਾਬ ਕਿਤਾਬ ਕੀਤਾ ਗਿਆ ਅਤੇ ਸਮਾਨ ਦੇਖਿਆ ਗਿਆ, ਤਾਂ ਕੋਈ ਘਾਟਾ ਵਾਧਾ ਨਿਕਲਿਆ ਨਹੀਂ, ਬਹੁਤਾ ਫਰਕ ਨਹੀਂ ਨਿਕਲਿਆ। ਫਿਰ ਨਵਾਬ ਨੇ ਸੰਦੇਸ਼ਾ ਭੇਜਿਆ, ਬੰਦੇ ਭੇਜੇ ਵੀ ਉਹਨਾਂ ਨੂੰ ਕਹੋ ਵੀ ਤੁਸੀਂ ਨੌਕਰੀ ਕਰ ਸਕਦੇ ਹੋ, ਵੀ ਤੁਹਾਡੇ 'ਤੇ ਸਾਨੂੰ ਸ਼ੱਕ ਸੀ। ਪਰ ਬਾਬੇ ਨਾਨਕ ਨੇ ਇਨਕਾਰ ਕਰ ਦਿੱਤਾ। ਉਹਨਾਂ ਨੇ ਦੇਖਿਆ ਵੀ ਇੱਥੇ ਇਮਾਨਦਾਰੀ ਨਾਲ ਕੰਮ ਕੀਤਾ ਨਹੀਂ ਜਾ ਸਕਦਾ, ਕਿਉਂਕਿ ਬੇਈਮਾਨ ਬਹੁਤ ਜ਼ਿਆਦਾ ਲੋਕ ਹਨ, ਸਾਰਿਆਂ ਨੂੰ ਸੁਧਾਰਿਆ ਨਹੀਂ ਜਾ ਸਕਦਾ। ਉਹ ਛੱਡ ਹੀ ਗਏ। ਅਤੇ ਸਮਾਜ ਸਾਰੇ ਨੂੰ ਸੁਧਾਰਨਾ ਬਹੁਤ ਕਠਿਨ ਹੈ, ਖਿਆਲ ਵਿੱਚ ਰੱਖੋ। ਫਿਰ ਦੂਸਰੀ ਗੱਲ ਇਹ ਵੀ ਹੈ ਵੀ ਅਧਿਆਤਮ ਪੁਰਸ਼ ਬਹੁਤਾ ਸਮਾਜ ਦੇ ਸੁਧਾਰ ਵਿੱਚ ਲੱਗਦੇ ਨਹੀਂ ਹਨ। ਉਹਦਾ ਵੀ ਇੱਕ ਕਾਰਨ ਹੈ, ਖਿਆਲ ਵਿੱਚ ਲਓ। ਇਵੇਂ ਸਮਝ ਲਵੋ ਤੁਸੀਂ, ਕਈ ਐਸੇ ਦੇਸ਼ ਹਨ
ਐਸੇ ਕਬੀਲੇ ਹਨ ਬਹੁਤ ਸਮਝਦਾਰ ਪੜ੍ਹੇ ਲਿਖੇ ਲੋਕ, ਜਿੱਥੇ ਬਹੁਤ ਇਮਾਨਦਾਰੀ ਹੈ। ਜਿਵੇਂ ਤੁਸੀਂ ਸਮਝਦੇ ਹੋ ਧਾਰਮਿਕ ਆਦਮੀ ਨੂੰ ਹੋਣਾ ਚਾਹੀਦਾ ਹੈ, ਝੂਠ ਨਹੀਂ ਬੋਲਦੇ, ਹੇਰਾ ਫੇਰੀ ਨਹੀਂ ਕਰਦੇ, ਚੋਰੀ ਨਹੀਂ ਕਰਦੇ, ਬਿਲਕੁਲ ਧਾਰਮਿਕ ਜਿਵੇਂ ਤੁਸੀਂ ਸੋਚਦੇ ਹੋ ਜੋ ਗੁਣ ਹੋਣੇ ਚਾਹੀਦੇ ਧਾਰਮਿਕ ਵਿਅਕਤੀ 'ਚ ਵੈਸੇ ਹਨ। ਐਸੇ ਲੋਕ ਹਨ ਵਿਦੇਸ਼ਾਂ ਦੇ ਵਿੱਚ, ਪ੍ਰੇਮ ਭਾਵ ਵਾਲੇ ਹਨ, ਸੇਵਾ ਵੀ ਕਰਦੇ ਹਨ ਜਿੰਨੀ ਸਮਰੱਥਾ ਹੈ, ਪਰ ਉਹਨਾਂ ਨੂੰ ਧਰਮ ਦਾ ਨਹੀਂ ਪਤਾ ਹੈ। ਇਮਾਨਦਾਰ ਪੂਰੇ ਹਨ, ਪਰ ਤੁਸੀਂ ਕਹੋਗੇ ਉਹ ਧਾਰਮਿਕ ਹਨ। ਤੁਹਾਡੀ ਧਾਰਮਿਕ ਦੀ ਪਰਿਭਾਸ਼ਾ ਕੀ ਹੈ? ਅਗਰ ਸਿੱਖ ਹੋ ਤੁਸੀਂ ਕੀ ਸੋਚਦੇ ਹੋ ਵੀ ਸਿੱਖਾਂ ਦੇ ਨਿਯਮ ਦੇ ਮੁਤਾਬਕ ਕੋਈ ਚੱਲ ਰਿਹਾ ਹੈ, ਸਵੇਰੇ ਸ਼ਾਮ ਪਾਠ ਪੂਜਾ ਕਰਦਾ ਹੈ, ਕਾਰੋਬਾਰ ਕਰਦਾ ਹੈ, ਝੂਠ ਨਹੀਂ ਬੋਲਦਾ ਹੈ, ਪੂਰਾ ਇਮਾਨਦਾਰ ਹੈ, ਇਹੋ ਕਹਿੰਦੇ ਹੋ ਨਾ ਤੁਸੀਂ, ਉਹਨੂੰ ਕਹਿੰਦੇ ਹੋ ਧਾਰਮਿਕ। ਤੁਸੀਂ ਕਹਿੰਦੇ ਬੜਾ ਇਮਾਨਦਾਰ ਆਦਮੀ ਹੈ, ਨਾ ਝੂਠ ਬੋਲਦਾ, ਨਾ ਹੇਰਾ ਫੇਰੀ ਕਰਦਾ, ਨਾ ਕੋਈ ਐਬ ਹੈ ਇਹਦੇ ਵਿੱਚ, ਵੀ ਪੂਰਾ ਧਾਰਮਿਕ ਹੈ, ਉਹਨੂੰ ਤੁਸੀਂ ਸਾਧੂ ਸੰਤ ਕਹਿੰਦੇ ਹੋ। ਬਹੁਤ ਸਾਰੇ ਸਾਧੂ ਮਹਾਤਮਾ ਵੀ ਬੜੀ ਸੇਵਾ ਕਰਦੇ ਹਨ, ਬੜੇ ਸੇਵਾ ਦੇ ਕੰਮ ਕਰਦੇ ਹਨ। ਬਹੁਤ ਸੰਸਥਾਵਾਂ ਹਨ ਐਸੀਆਂ ਜਿਹੜੀਆਂ ਬਹੁਤ ਸੇਵਾ ਦਾ ਕੰਮ ਕਰਦੀਆਂ ਹਨ, ਤੁਸੀਂ ਉਹਨਾਂ ਨੂੰ ਧਾਰਮਿਕ ਕਹਿੰਦੇ ਹੋ। ਨਹੀਂ, ਜਿਹੜੇ ਧਰਮ ਦੀ ਮੈਂ ਗੱਲ ਕਰ ਰਿਹਾ ਜਾਂ ਬਾਬੇ ਨਾਨਕ ਨੇ ਕੀਤੀ ਹੈ ਨਾ, ਉਹ ਧਰਮ ਇਹ ਤੁਹਾਡੀ ਸੋਚ ਦੇ ਧਰਮ ਨਾਲੋਂ ਉੱਪਰ ਹੈ, ਖਿਆਲ ਵਿੱਚ ਰੱਖੋ। ਹਾਂ, ਇਹ ਜਿਹੜੇ ਧਾਰਮਿਕ ਹਨ ਸਮਾਜ ਦਾ ਸੁਧਾਰ ਕਰਦੇ ਹਨ। ਜ਼ਿਆਦਾਤਰ ਜਿੰਨੇ ਵੀ ਧਰਮ ਹਨ ਸਾਰੇ ਸਮਾਜ ਸੁਧਾਰਕ ਹਨ, ਕੁਛ ਵਿਗਾੜਕ ਵੀ ਹਨ, ਨਫ਼ਰਤ ਫੈਲਾਉਂਦੇ ਹਨ, ਕੁਛ ਚੰਗੇ ਵੀ ਹਨ ਵਿੱਚ ਧਾਰਮਿਕ ਲੋਕ, ਅਤੇ ਸੇਵਾ ਦੇ ਕੰਮ ਕਰਦੇ ਹਨ, ਪੁੰਨ ਦਾਨ ਕਰਦੇ ਹਨ। ਉਹਨਾਂ ਦੇ ਕਰਕੇ ਸਮਾਜ ਦੇ ਵਿੱਚ ਥੋੜ੍ਹੀ ਸੰਤੁਲਿਤ ਬਣਿਆ ਰਹਿੰਦਾ ਹੈ ਸਮਾਜ। ਸੰਸਾਰ ਜਿਹੜਾ ਹੈ ਨਾ ਉਹ ਸਹੀ ਢੰਗ ਦੇ ਨਾਲ ਚੱਲਦਾ ਰਹਿੰਦਾ ਹੈ ਇਹਨਾਂ ਧਾਰਮਿਕ ਲੋਕਾਂ ਦੇ ਨਾਲ, ਇਹ ਸਮਾਜ ਸੇਵੀਆਂ ਦੇ ਨਾਲ ਜ਼ਿਆਦਾ ਜ਼ੁਲਮ ਅਤਿਆਚਾਰ ਨਹੀਂ ਫੈਲਦਾ, ਇੰਨਾ ਫਰਕ ਹੈ। ਪਰ ਇਹ ਜਿਹੜੇ ਸਮਾਜ ਸੁਧਾਰਕ ਹਨ ਇਹ ਉਪਲਬਧ ਨਹੀਂ ਹਨ। ਫਿਰ ਤੋਂ ਖਿਆਲ ਵਿੱਚ ਲੈ ਲਓ, ਜਿਵੇਂ ਔਰੰਗਜ਼ੇਬ ਸੀ ਕਹਿੰਦੇ, ਉਹ ਪੂਰਾ ਧਾਰਮਿਕ ਸੀ, ਇਸਲਾਮ ਜਗਤ 'ਚ ਬੜੀ ਪ੍ਰਸ਼ੰਸਾ ਸੀ, ਉਹਨੂੰ ਤਾਂ ਪੈਗੰਬਰ ਦਾ ਦਰਜਾ ਦਿੰਦੇ ਸਨ ਉਸ ਸਮੇਂ, ਕਿਉਂਕਿ ਸਾਰੇ ਹੀ ਗੁਣ ਸਨ ਉਹਦੇ ਵਿੱਚ ਜੋ ਵੀ ਧਾਰਮਿਕ ਵਿਅਕਤੀ 'ਚ ਹੋਣੇ ਚਾਹੀਦੇ ਹਨ। ਪਰ ਅੰਦਰ ਨਫ਼ਰਤ ਵੀ ਸੀ ਅਧਾਰਮਿਕਾਂ ਦੇ ਨਾਲ, ਈਰਖਾ ਵੀ ਸੀ। ਤਾਂ ਹੁਣ ਬਾਹਰੋਂ ਇਮਾਨਦਾਰ ਕੋਈ ਹੋ ਗਿਆ ਹੈ, ਮਨ ਦੇ ਤਲ 'ਤੇ ਤਾਂ ਉਹਨੂੰ ਆਮ ਸੰਸਾਰੀ ਲੋਕ ਧਾਰਮਿਕ ਹੀ ਕਹਿਣਗੇ, ਪਰ ਮਨ ਦੇ ਤਲ 'ਤੇ ਸਦਾ ਹੀ ਧਾਰਮਿਕ ਨਹੀਂ ਰਿਹਾ ਜਾ ਸਕਦਾ। ਮਨ ਦੇ ਤਲ 'ਤੇ ਤੁਸੀਂ ਸਦਾ ਹੀ ਇੱਕ ਰਸ ਨਹੀਂ ਰਹਿ ਸਕਦੇ। ਮਨ ਦੇ ਦੋਵੇਂ ਪਹਿਲੂ ਮੌਜੂਦ ਰਹਿਣਗੇ, ਚੰਗਾ ਵੀ ਅਤੇ ਮਾੜਾ ਵੀ, ਇਹ ਖਿਆਲ ਵਿੱਚ ਰੱਖਣਾ। ਹੁਣ ਤੁਸੀਂ ਜਿਵੇਂ ਇਵੇਂ ਸਮਝ ਲਵੋ, ਤੁਸੀਂ ਜਿਹੜੇ ਚੰਗੇ ਲੋਕ ਹਨ ਉਹਨਾਂ ਦੀ ਤਾਰੀਫ ਕਰਦੇ ਹੋ, ਜਿਵੇਂ ਇਹ ਦਵਾਈਆਂ ਦੇਣ ਵਾਲੇ ਹਨ, ਇਹਨਾਂ ਦੀ ਬੜੀ ਤਾਰੀਫ ਹੋ ਰਹੀ ਹੈ, ਧਾਰਮਿਕ ਲੋਕ ਵੀ ਕਰਦੇ ਹਨ, ਪਰ ਜਿਹੜੇ ਮਾੜੇ ਹਨ ਉਹਨਾਂ ਦੀ ਨਿੰਦਾ ਕਰਦੇ ਹੋ। ਤੇ ਨਿੰਦਾ ਉਸਤਤ ਦੋ ਤਿਆਗੈ, ਖੋਜੈ ਪਦ ਨਿਰਮਾਨ। ਤੁਹਾਡਾ ਤੇ ਮਨ ਚੱਲ ਰਿਹਾ ਹੈ ਨਾ, ਤੇ ਜਿਹੜਾ ਬਾਹਰ ਸਮਾਜ ਸੇਵੀ ਹੈ ਉਹ ਦੋ ਪੱਖ ਦੇ ਵਿੱਚ ਸੋਚ ਰਿਹਾ ਹੈ, ਸੰਸਾਰ ਨੂੰ ਦੇਖ ਰਿਹਾ ਹੈ, ਉਹ ਦਵੈਤ ਦੇ ਵਿੱਚ ਖੜਾ ਹੈ, ਉਹ ਚੰਗੇ ਮਾੜੇ ਦਾ ਨਿਰਣਾ ਕਰ ਰਿਹਾ ਹੈ। ਚੰਗੇ ਮਾੜੇ ਤੋਂ ਮੁਕਤ ਨਹੀਂ ਹੈ, ਮਨ ਕਰਕੇ ਚੰਗੇ ਮਾੜੇ ਦੇ ਵਿੱਚ ਲੱਗਾ ਹੋਇਆ ਹੈ।
ਠੀਕ ਹੈ, ਉਹ ਆਪ ਵੀ ਚੰਗਾ ਹੈ, ਪਰ ਇੱਥੇ ਚੰਗੇ ਮਾੜੇ ਤੋਂ ਮੁਕਤ ਹੋਣ ਵਾਸਤੇ ਕਿਹਾ ਗਿਆ ਹੈ। ਬੁਰਾ ਭਲਾ ਕਹੋ ਕਿਸ ਨੂੰ ਕਹੀਏ, ਤੁਝ ਬਿਨ ਕੋਈ ਨਾ। ਅਗਰ ਤੁਸੀਂ ਇਸ ਚੰਗੇ ਮਾੜੇ ਦੀ ਵਿਚਾਰ ਕਰਦੇ ਰਹੇ, ਆਪ ਚੰਗੇ ਬਣਦੇ ਰਹੇ ਤੇ ਬੁਰਿਆਂ ਨੂੰ ਬੁਰਾ ਕਹਿੰਦੇ ਰਹੇ, ਦਰਅਸਲ ਉਲਟੀ ਗੱਲ ਹੈ। ਫਰੀਦ ਜੀ ਕਹਿੰਦੇ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ। ਤੇ ਭਲਾ ਤਾਂ ਹੀ ਕਰੋਗੇ ਜੇ ਬੁਰਿਆਂ ਦੀ ਉਸਤਤ ਕਰੋਗੇ। ਹੁਣ ਉਸਤਤ ਕਿਵੇਂ ਕਰੋਗੇ ਜਿਹੜੇ ਬੁਰੇ ਹਨ, ਅਤਿਆਚਾਰੀ ਹਨ, ਲੁੱਟ ਰਹੇ ਹਨ? ਕਰ ਨਹੀਂ ਸਕਦੇ। ਤੇ ਇੱਧਰ ਕਿਹਾ ਜਾ ਰਿਹਾ ਹੈ, ਪਰਮ ਧਰਮ ਦੀ ਗੱਲ ਕੀਤੀ ਜਾ ਰਹੀ। ਤੇ ਪਰਮ ਧਾਰਮਿਕ ਉਹੋ ਹੀ ਹੋ ਸਕਦਾ ਹੈ ਜਿਹੜਾ ਦਵੈਤ ਤੋਂ ਉੱਪਰ ਉੱਠੇ। ਮਨ ਸਦਾ ਦਵੈਤ 'ਚ ਰਹਿੰਦਾ ਹੈ, ਤੇ ਮਨ ਤੋਂ ਉੱਪਰ ਉੱਠਣ ਵਾਸਤੇ ਸੰਸਾਰ ਦੀ ਵਿਚਾਰ ਨਹੀਂ ਕਰਨੀ ਹੈ, ਸੰਸਾਰ ਦਾ ਖਿਆਲ ਨਹੀਂ ਕਰਨਾ ਹੈ, ਕੌਣ ਭਲਾ ਹੈ ਕੌਣ ਬੁਰਾ ਹੈ। ਫਿਰ ਖਿਆਲ ਵਿੱਚ ਰੱਖਿਓ, ਭਲੇ ਕਰਮ ਕਰਨ ਵਾਲਾ ਜਿਹੜਾ ਹੈ ਉਹ ਸ਼ਾਂਤ ਹੁੰਦਾ ਹੈ। ਇੰਨੀ ਜ਼ਰੂਰ ਗੱਲ ਹੈ। ਸੇਵਾ ਭਾਵ ਨਾਲ ਛੇਤੀ ਸ਼ਾਂਤ ਹੁੰਦਾ ਹੈ, ਉਹਦੇ ਅੰਦਰ ਦਇਆ ਹੁੰਦੀ ਹੈ। ਦਇਆ ਧਰਮ ਦਾ ਮੂਲ ਹੈ। ਪਾਪ ਕਰਮ ਕਰਨ ਵਾਲਾ ਸ਼ਾਂਤ ਨਹੀਂ ਹੋਵੇਗਾ। ਤੇ ਪਹਿਲਾ ਕਦਮ ਹੈ ਸੇਵਾ ਭਾਵਨਾ ਧਾਰਮਿਕ ਹੋਣ ਵਾਸਤੇ। ਪਰ ਧਰਮ ਇੱਥੇ ਸੇਵਾ 'ਚ ਸਮਾਪਤ ਨਹੀਂ ਹੋ ਜਾਂਦਾ ਹੈ, ਖਿਆਲ ਵਿੱਚ ਰੱਖਿਓ। ਸੇਵਾ ਸਿਮਰਨ ਤੋਂ ਧਰਮ ਸ਼ੁਰੂ ਹੁੰਦਾ ਹੈ, ਪਰ ਧਰਮ ਜਿਹੜਾ ਹੈ ਨਾ, ਸੇਵਾ ਸਿਮਰਨ ਤੋਂ ਵੀ ਉੱਪਰ ਜਾਂਦਾ ਹੈ। ਵਾਸਤਵਿਕ ਧਾਰਮਿਕ ਉਹ ਹੈ ਜਿਹਦੇ ਅੰਦਰ ਕੁਛ ਵੀ ਨਹੀਂ ਹੁੰਦਾ ਹੈ। ਜਿਵੇਂ ਤੁਸੀਂ ਪਸ਼ੂ ਲੈ ਲਓ, ਪਸ਼ੂਆਂ ਦੇ ਵਿੱਚ ਤੁਸੀਂ ਭਲੇ ਅਤੇ ਬੁਰੇ ਨਹੀਂ ਦੇਖੋਗੇ, ਕਿਉਂਕਿ ਉੱਥੇ ਤਾਂ ਭਲਾਈ ਬੁਰਾਈ ਹੈ ਨਹੀਂ, ਕੋਈ ਦਿਮਾਗ ਹੀ ਨਹੀਂ ਹੈ। ਇੱਦਾਂ ਹੀ ਪਰਮ ਆਸਤਿਕ ਦੇ ਵਿੱਚ ਵੀ ਦੋਵੇਂ ਚੀਜ਼ਾਂ ਨਹੀਂ ਹੁੰਦੀਆਂ। ਉਹ ਭਲਾਈ ਬੁਰਾਈ ਤੋਂ ਉੱਪਰ ਹੁੰਦਾ ਹੈ। ਮਨ ਦੇ ਤਲ 'ਤੇ ਭਲਾਈ ਬੁਰਾਈ ਹੁੰਦੀ ਹੈ, ਅਤੇ ਜਿਹੜਾ ਮਨ ਤੋਂ ਪਾਰ ਚਲੇ ਗਿਆ ਨਾ,